ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਮਜ਼ਹਬ। ਇਸ ਵਿੱਚ ਆਪ ਜੀ ਨੇ ਮਜ਼ਹਬ ਦੇ 3 ਹਿੱਸੇ ਦਰਸਾਏ ਹਨ ਕਿ ਉਸ ਦਾ ਜਨਮ, ਫਿਰ ਉਸ ਦੇ 3 ਰੰਗ ਯਾਨੀ ਉਸ ਦਾ ਪ੍ਰਫੁੱਲਤ ਹੋਣਾ, ਫਿਰ ਉਸ ਦਾ ਅੰਤ ਹੋਣਾ। ਸੋ ਆਪ ਜੀ ਨੇ ਦਰਸਾਇਆ ਹੈ ਕਿ ਅਸਲੀ ਮਜ਼ਹਬ ਰੂਹਾਨੀਅਤ ਵਿੱਚੋਂ ਉਪਜਦੀ ਹੈ। ਜਦੋਂ ਰੂਹਾਨੀਅਤ ਘਟ ਜਾਂਦੀ ਹੈ ਤਾਂ ਕੋਈ ਆਤਮਕ ਕਲਾ ਵਾਲਾ ਰੂਹਾਨੀ ਪੁਰਖ ਸੰਸਾਰ ਵਿੱਚ ਆ ਕੇ ਨਵੀਂ ਜੀਵਨ ਰੌਂ ਭਰ ਦਿੰਦਾ ਹੈ। ਪਰ ਹੌਲੀ ਹੌਲੀ ਉਸਦੇ ਜਿਹੜੇ ਪੈਰੋਕਾਰ ਹੁੰਦੇ ਹਨ ਉਹ ਰੂਹਾਨੀਅਤ ਤੋਂ ਖਾਲੀ ਹੁੰਦੇ ਹਨ, ਸਿਰਫ ਰਸਮ ਪ੍ਰਸਤੀ ਰਹਿ ਜਾਂਦੀ ਹੈ। ਤੇ ਤਾਂ ਕੀ ਹੁੰਦਾ ਹੈ, ਜਦ ਕਮਾਈ ਨਹੀਂ ਰਹਿੰਦੀ ਤਾਂ ਉਹ ਜਿਹੜਾ ਮਜ਼ਹਬ ਹੈ ਹੌਲੀ ਹੌਲੀ ਉਹ ਮਜ਼ਹਬ ਮਰ ਜਾਂਦਾ ਹੈ, ਜਾਂ ਕਈ ਵਾਰੀ ਮਰਦਾ ਤਾਂ ਨਹੀਂ, ਉਸੇ ਤਰ੍ਹਾਂ ਮਰਿਆ ਹੋਇਆ ਟੁਰਿਆ ਰਹਿੰਦਾ ਹੈ। ਲੋਕ ਉਸ ਨੂੰ ਮਜ਼ਹਬ ਸਮਝਦੇ ਰਹਿੰਦੇ ਹਨ ਪਰ ਅੰਦਰ ਕਣੀ ਨਹੀਂ ਹੁੰਦੀ, ਇੱਕ ਮੁਰਦਿਆਂ ਦੀ ਤਰ੍ਹਾਂ ਉਹ ਚੱਲਦਾ ਰਹਿੰਦਾ ਹੈ। ਫਿਰ ਅੰਤ ਵਿੱਚ ਜਾ ਕੇ ਉਹਨਾਂ ਨੇ ਦਰਸਾਇਆ ਹੈ ਕੋਈ ਵੀ ਮਜ਼ਹਬ ਜਿਉਂਦਾ ਤਦ ਤੱਕ ਰਹਿ ਸਕਦਾ ਹੈ ਜਦ ਉਸਦੇ ਪੈਰੋਕਾਰਾਂ ਵਿੱਚ, ਉਸ ਵਿੱਚ ਵਿਚਰਨ ਵਾਲਿਆਂ ਵਿੱਚ ਅੰਦਰ ਲਿਵ ਹੋਵੇ ਤੇ ਵਰਤੋਂ ਪ੍ਰੇਮ ਦੀ ਹੋਵੇ, ਕਿਉਂਕਿ ਈਰਖਾ ਦਵੈਤ ਹੈਂਕੜੀ ਕਾਰਨ ਦਰਸਾਇਆ ਗਿਆ ਹੈ ਇਸ ਲਿਖਤ ਵਿੱਚ ਪੰਥਕ ਜੀਵਨ ਦੇ ਨੀਵੇਂ ਹੋਣ ਦਾ। ਸੋ ਅੰਦਰ ਲਿਵ, ਵਰਤੋਂ ਪ੍ਰੇਮ ਦੀ ਤੇ ਕਰਮ ਆਚਾਰ ਜੋ 10ਵੇਂ ਪਾਤਸ਼ਾਹ ਦੀ ਮਰਿਆਦਾ ਦੇ ਹਨ ਉਹ ਹੋਣ ਤਾਂ ਹੀ ਇਹ ਮਜ਼ਹਬ ਜਿਉਂਦਾ ਰਹਿ ਸਕਦਾ ਹੈ। ਸੋ ਆਓ ਇਸ ਨੂੰ 2 ਭਾਗਾਂ ਵਿੱਚ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਜਨਮ, 3 ਰੰਗ, ਅੰਤ। ਸੰਸਾਰ ਭਰ ਦੇ ਹੋ ਚੁੱਕੇ ਤੇ ਹੈਗੇ ਮਜ਼ਹਬਾਂ ਦੇ ਇਤਿਹਾਸਾਂ ਦੀ ਮੁਤਾਲਿਆ ਵਿਦਿਆਰਥੀ ਨੂੰ ਇਸ ਕਿਸਮ ਦੇ ਨਤੀਜੇ ਤੇ ਲਿਆਉਂਦੀ ਹੈ ਕਿ ਇਲਹਾਮੀ ਮਜ਼ਹਬ ਅਕਸਰ ਉਸ ਮਹਾਤਮਾ ਤੋਂ ਜਨਮ ਪਾਉਂਦੇ ਹਨ ਜਿਸ ਵਿੱਚ ਰੂਹਾਨੀ ਜੀਵਨ ਦਾ ਕਮਾਲ ਜਾਂ ਕੁਝ ਘੱਟ ਚਮਕਾਰਾ ਹੁੰਦਾ ਹੈ। ਸੰਸਾਰ ਵਿੱਚ ਰੂਹਾਨੀਅਤ ਦੀ ਕਣੀ ਉੱਡ ਜਾਂਦੀ ਹੈ ਤੇ ਉਸ ਦੀ ਜਾਗ ਲਗਾਉਣ ਵਾਸਤੇ ਅਗੰਮ ਤੋਂ ਰੂਹਾਨੀਅਤ ਵਾਲਾ ਆਉਂਦਾ ਹੈ। ਉਸ ਤੋਂ ਸੰਸਾਰ ਵਿੱਚ ਨਵੇਂ ਸਿਰੇ ਜੀਵਨ ਦੀ ਰੌਂ ਰੁਮਕਦੀ ਹੈ। ਕੁਝ ਸਮਾਂ ਇਹ ਰੌਂ ਆਦਿਕਰਤਾ ਦੇ ਚਲੇ ਜਾਣ ਤੋਂ ਮਗਰੋਂ ਵੀ ਜਾਰੀ ਰਹਿੰਦੀ ਹੈ। ਫਿਰ ਵਿਦਿਆ ਤੇ ਦਿਮਾਗੀ ਰੰਗ ਆ ਜਾਂਦਾ ਹੈ। ਆਦਿਕਰਤਾ ਦੇ ਅਸੂਲ ਤੇ ਕਰਨੀਆਂ ਦਿਮਾਗੀ ਕਾਬਲੀਅਤ ਨਾਲ ਪ੍ਰਤੀਪਾਦਨ ਹੁੰਦੇ ਹਨ ਔਰ ਪੈਰੋਕਾਰਾਂ ਵਿੱਚ ਇਸ ਬੁੱਧੀ ਦੀ ਗ਼ਜ਼ਾ ਦੇ ਆਸਰੇ ਉਸ ਮਜ਼ਹਬ ਦਾ ਕਬਜ਼ਾ ਕੁਝ ਅਰਸਾ ਜਾਰੀ ਰਹਿੰਦਾ ਹੈ। ਹੌਲੇ ਹੌਲੇ ਇਹ ਕਬਜ਼ਾ ਵੀ ਘਟਣ ਲੱਗ ਜਾਂਦਾ ਹੈ ਤੇ ਫਿਰ ਮੰਦਰਾਂ, ਆਸ਼ਰਮਾਂ ਤੇ ਪੈਰੋਕਾਰਾਂ ਵਿੱਚ ਰਸਮ ਪ੍ਰਸਤੀ ਰਹਿ ਜਾਂਦੀ ਹੈ ਜਿਸ ਨੂੰ ਇੱਕ ਲਕੀਰ ਦੀ ਫਕੀਰੀ ਦੇ ਢੰਗ ਵਿੱਚ ਤੋਰਾ ਮਿਲਿਆ ਰਹਿੰਦਾ ਹੈ, ਪਰ ਉਸ ਦਾ ਗੁਣ ਭਾਵ, ਉਸ ਵਿੱਚ ਜੀਵਨ ਤੇ ਜੁਰਕਾ ਸਭ ਸਮਾਪਤ ਹੋ ਜਾਂਦਾ ਹੈ ਜਾਂ ਬਹੁਤ ਨੀਵੇਂ ਦਰਜੇ ਤੇ ਚਲਾ ਜਾਂਦਾ ਹੈ। ਇਸ ਤਰ੍ਹਾਂ ਮਜ਼ਹਬ ਜਾਂ ਮਰ ਜਾਂਦਾ ਹੈ ਜਾਂ ਮੋਇਆਂ ਦਾਖਲ ਟੁਰਿਆ ਰਹਿੰਦਾ ਹੈ। ਹਾਂਜੀ, ਫਿਰ ਦੁਹਰਾ ਦਈਏ। ਸੰਸਾਰ ਭਰ ਦੇ ਹੋ ਚੁੱਕੇ ਤੇ ਹੈਗੇ ਮਜ਼ਹਬਾਂ ਦੇ ਇਤਿਹਾਸਾਂ ਦੀ ਮੁਤਾਲਿਆ ਵਿਦਿਆਰਥੀ ਨੂੰ ਇਸ ਕਿਸਮ ਦੇ ਨਤੀਜੇ ਤੇ ਲਿਆਉਂਦੀ ਹੈ ਕਿ ਇਲਹਾਮੀ ਮਜ਼ਹਬ ਅਕਸਰ ਉਸ ਮਹਾਤਮਾ ਤੋਂ ਜਨਮ ਪਾਉਂਦੇ ਹਨ ਜਿਸ ਵਿੱਚ ਰੂਹਾਨੀ ਜੀਵਨ ਦਾ ਕਮਾਲ ਜਾਂ ਕੁਝ ਘੱਟ ਚਮਕਾਰਾ ਹੁੰਦਾ ਹੈ। ਸੰਸਾਰ ਵਿੱਚ ਰੂਹਾਨੀਅਤ ਦੀ ਕਣੀ ਉੱਡ ਜਾਂਦੀ ਹੈ ਤੇ ਉਸ ਦੀ ਜਾਗ ਲਗਾਉਣ ਵਾਸਤੇ ਅਗੰਮ ਤੋਂ ਰੂਹਾਨੀਅਤ ਵਾਲਾ ਆਉਂਦਾ ਹੈ। ਉਸ ਤੋਂ ਸੰਸਾਰ ਵਿੱਚ ਨਵੇਂ ਸਿਰੇ ਜੀਵਨ ਦੀ ਰੌਂ ਰੁਮਕਦੀ ਹੈ। ਕੁਝ ਸਮਾਂ ਇਹ ਰੌਂ ਆਦਿਕਰਤਾ ਦੇ ਚਲੇ ਜਾਣ ਤੋਂ ਮਗਰੋਂ ਵੀ ਜਾਰੀ ਰਹਿੰਦੀ ਹੈ। ਫਿਰ ਵਿਦਿਆ ਤੇ ਦਿਮਾਗੀ ਰੰਗ ਆ ਜਾਂਦਾ ਹੈ। ਆਦਿਕਰਤਾ ਦੇ ਅਸੂਲ ਤੇ ਕਰਨੀਆਂ ਦਿਮਾਗੀ ਕਾਬਲੀਅਤ ਨਾਲ ਪ੍ਰਤੀਪਾਦਨ ਹੁੰਦੇ ਹਨ ਔਰ ਪੈਰੋਕਾਰਾਂ ਵਿੱਚ ਇਸ ਬੁੱਧੀ ਦੀ ਗ਼ਜ਼ਾ ਦੇ ਆਸਰੇ ਉਸ ਮਜ਼ਹਬ ਦਾ ਕਬਜ਼ਾ ਕੁਝ ਅਰਸਾ ਜਾਰੀ ਰਹਿੰਦਾ ਹੈ। ਹੌਲੇ ਹੌਲੇ ਇਹ ਕਬਜ਼ਾ ਵੀ ਘਟਣ ਲੱਗ ਜਾਂਦਾ ਹੈ ਤੇ ਫਿਰ ਮੰਦਰਾਂ, ਆਸ਼ਰਮਾਂ ਤੇ ਪੈਰੋਕਾਰਾਂ ਵਿੱਚ ਰਸਮ ਪ੍ਰਸਤੀ ਰਹਿ ਜਾਂਦੀ ਹੈ
ਜਿਸ ਨੂੰ ਇੱਕ ਲਕੀਰ ਦੀ ਫਕੀਰੀ ਦੇ ਢੰਗ ਵਿੱਚ ਤੋਰਾ ਮਿਲਿਆ ਰਹਿੰਦਾ ਹੈ, ਪਰ ਉਸ ਦਾ ਗੁਣ ਭਾਵ, ਉਸ ਵਿੱਚ ਜੀਵਨ ਤੇ ਜੁਰਕਾ ਸਭ ਸਮਾਪਤ ਹੋ ਜਾਂਦਾ ਹੈ ਜਾਂ ਬਹੁਤ ਨੀਵੇਂ ਦਰਜੇ ਤੇ ਚਲਾ ਜਾਂਦਾ ਹੈ। ਇਸ ਤਰ੍ਹਾਂ ਮਜ਼ਹਬ ਜਾਂ ਮਰ ਜਾਂਦਾ ਹੈ ਜਾਂ ਮੋਇਆਂ ਦਾਖਲ ਟੁਰਿਆ ਰਹਿੰਦਾ ਹੈ। ਇਹ ਉੱਪਰ ਲਿਖਿਆ ਨਕਸ਼ਾ ਹਰ ਇੱਕ ਦੇ ਹਾਲ ਵਿੱਚ ਇੱਕੋ ਜਿਹਾ ਨਹੀਂ ਹੁੰਦਾ, ਪਰ ਜੇ ਖਾਕਾ ਖਿੱਚਿਆ ਜਾਵੇ ਤਾਂ ਲਗਭਗ ਸਭ ਦਾ ਇਸੀ ਪ੍ਰਕਾਰ ਹੁੰਦਾ ਹੈ। ਹਿੰਦ ਵਿੱਚ ਬੁੱਧ ਮਜ਼ਹਬ ਕਦੇ ਇਸ ਔਜ ਵਿੱਚ ਸੀ ਕਿ ਪੰਡਤ ਤੋਂ ਪੰਡਤ ਤੇ ਜ਼ੋਰਾਵਰ ਤੋਂ ਜ਼ੋਰਾਵਰ ਇਸ ਦੇ ਅੱਗੇ ਝੁਕਦੇ ਜਾਂਦੇ ਸਨ। ਰਾਜਾ ਅਸ਼ੋਕ, ਜਿਸ ਨੇ ਆਪਣਾ ਜਹਿਲ ਖਾਨਾ ਹੂ-ਬਹੂ ਨਰਕ ਦੇ ਨਮੂਨੇ ਦਾ ਬਣਾਇਆ ਹੋਇਆ ਸੀ, ਜਿਸ ਦੇ ਤੇਜ ਤੇ ਜ਼ੁਲਮ ਦੇ ਅੱਗੇ ਸਾਰਾ ਮੁਲਕ ਥਰ-ਥਰ ਕੰਬਦਾ ਸੀ, ਇੱਕ ਬੁੱਧ ਸਾਧੂ ਦੇ ਹੱਥੋਂ ਆਪਣੇ ਸਾਰੇ ਹਉ ਅਹੰਕਾਰ ਤੋਂ ਖਾਲੀ ਹੋ ਕੇ ਨਾ ਕੇਵਲ ਬੁੱਧ ਮਜ਼ਹਬ ਦਾ ਪੈਰੋਕਾਰ ਬਣਦਾ ਹੈ, ਸਗੋਂ ਇਸ ਦਾ ਇੱਕ ਆਚਾਰੀਆ ਤੇ ਸਭ ਤੋਂ ਵੱਡਾ ਪ੍ਰਚਾਰਕ ਹੋਇਆ, ਜਿਸ ਦੇ ਯਤਨ ਨਾਲ ਸੀਰੀਆ ਤੇ ਯੂਨਾਨ ਤੱਕ, ਅਰ ਬ੍ਰਹਮਾ ਤੇ ਚੀਨ ਤੱਕ, ਸੀਲੋਨ ਤੇ ਜਾਵਾ ਸਮਰਾਟਾ ਤੱਕ ਬੁੱਧ ਮਜ਼ਹਬ ਦਾ ਡੰਕਾ ਵੱਜ ਗਿਆ। ਉਹ ਬੁੱਧ ਮਜ਼ਹਬ ਜਦੋਂ ਚੀਨੀ ਮੁਸਾਫਰ ਹਿੰਦ ਵਿੱਚ ਆਉਂਦੇ ਤੇ ਹਾਲਤ ਦੱਸਦੇ ਹਨ, ਤਦ ਵਿਦਵਾਨਾਂ ਦਾ ਇੱਕ ਸ਼ਾਨਦਾਰ ਮਜ਼ਹਬ ਸੀ। ਦਾਰਸ਼ਨਿਕ ਵਿਦਿਆ ਯਾਨੀ ਫਿਲਾਸਫੀ ਆਪਣੇ ਪੂਰੇ ਜੋਬਨਾਂ ਵਿੱਚ ਸੀ ਤੇ ਹਿਊਨ ਸੈਂਗ 7ਵੀਂ ਸਦੀ ਦਾ ਮੁਸਾਫਰ ਆਪਣੇ ਨਾਲ ਹਜ਼ਾਰਾਂ ਨੁਸਖੇ ਇੱਥੋਂ ਵਿਦਿਆ ਦੇ ਬੁੱਧ ਮੰਦਰਾਂ ਤੇ ਲੋਕਾਂ ਤੋਂ ਨਾਲ ਲੈ ਜਾਂਦਾ ਹੈ। ਕੁਝ ਅਰਸੇ ਬਾਅਦ ਇਹ ਵਿਚਾਰ ਘਟਦਾ ਹੈ, ਸ਼ੰਕਰ ਦੇ ਮੁਕਾਬਲੇ ਤੇ ਪ੍ਰਬਲ ਬੋਧੀ ਵਿਦਵਾਨ ਫਿੱਕੇ ਪੈਂਦੇ ਹਨ ਤੇ ਫਿਰ ਅਸੀਂ ਦੇਖਦੇ ਹਾਂ ਕਿ ਕਾਲੀ ਰਾਤ ਪੈ ਜਾਂਦੀ ਹੈ ਔਰ 2 ਸਦੀਆਂ ਰਸਮ ਪ੍ਰਸਤੀ ਬਾਕੀ ਰਹਿ ਜਾਂਦੀ ਹੈ। ਜਦੋਂ 10ਵੀਂ 11ਵੀਂ ਸਦੀ ਵਿੱਚ ਇਸਲਾਮੀ ਹਮਲੇ ਸ਼ੁਰੂ ਹੁੰਦੇ ਹਨ ਤਾਂ ਅਸੀਂ ਬੋਧੀ ਮਜ਼ਹਬ ਨੂੰ ਨਿਰਾ ਰਸਮਾਂ ਵਿੱਚ ਰਹਿ ਗਿਆ ਤੱਕਦੇ ਹਾਂ। ਨਾ ਪਹਿਲਾ ਰੂਹਾਨੀਅਤ ਦਾ ਓਜ, ਨਾ ਉਸ ਰੂਹਾਨੀਅਤ ਤੋਂ ਜਨਮ ਪਾਇਆ ਹੋਇਆ ਉਹਨਾਂ ਦੇ ਆਰਟ ਯਾਨੀ ਕੋਮਲ ਉਨਰਾਂ ਦਾ ਇਲਾਹੀ ਰੰਗ, ਜਿਸ ਦੀ ਯਾਦਗਾਰ ਅਜੇ ਤੱਕ ਅਸੀਂ ਅਜੰਤਾ ਦੀਆਂ ਗਾਰਾਂ ਤੇ ਹੋਰਨੀ ਥਾਈਂ ਪਰਗਿਆ ਪਰਮਿਤਾ ਵਰਗੇ ਲਾਸਾਨੀ ਨਕਸ਼ਿਆਂ ਵਿੱਚ ਜਗ੍ਹਾ ਜਗ੍ਹਾ ਦੇਖਦੇ ਹਾਂ, ਬਾਕੀ ਸੀ। ਨਾ ਦਾਰਸ਼ਨਿਕ ਵਿਦਿਆ ਸੀ, ਨਾ ਉਸ ਵਿਦਿਆ ਤੋਂ ਉਪਜੇ ਆਦਰਸ਼ ਸਨ, ਕੇਵਲ ਰਸਮ ਪ੍ਰਸਤੀ ਬਾਕੀ ਸੀ। ਜਿਸ ਵੇਲੇ ਮਹਿਮੂਦ ਨੇ ਵਿਰਾਟ ਨੂੰ, ਜਿਸ ਦੇ ਖੰਡਰਾਤ ਮਰਦਾਨ ਤੋਂ 8-9 ਮੀਲ ਦੇ ਫਾਸਲੇ ਤੇ ਤਖਤ ਬਾਈ ਦੀ ਪਹਾੜੀ ਪਰ ਮੌਜੂਦ ਹਨ, ਮਿਸਮਾਰ ਕੀਤਾ, ਉਸ ਵੇਲੇ ਪੁਰਾਣੇ ਤਪ, ਪੁਰਾਣੇ ਆਰਟ ਯਾਨੀ ਹੁਨਰ ਤੇ ਪੁਰਾਣੀ ਵਿਦਿਆ ਸਭਨਾਂ ਦੇ ਨਮੂਨੇ ਰਸਮ ਪ੍ਰਸਤੀ ਦੀ ਸ਼ਕਲ ਵਿੱਚ ਕਲਬੂਤ ਖੜੇ ਸਨ, ਜੋ ਮਹਿਮੂਦ ਦੀ ਤਲਵਾਰ ਅੱਗੇ ਸਮਾਪਤੀ ਪਾ ਗਏ। ਫਿਰ ਅਸੀਂ ਵੇਖਦੇ ਹਾਂ ਕਿ ਹਿੰਦ ਵਿੱਚੋਂ ਬੁੱਧ ਮਜ਼ਹਬ ਦਾ ਦੀਵਾ ਬੁਝ ਗਿਆ। ਇਹ ਇੱਕ ਵੰਨਗੀ ਮਾਤਰ ਹੈ। ਸਿੱਖ ਮਜ਼ਹਬ ਦਾ ਮੁੱਢ ਉਸ ਵੇਲੇ ਹੋਇਆ ਜਦੋਂ ਜਗਤ ਵਿੱਚ ਗਲਾਨੀ ਹੋ ਗਈ ਸੀ, ਅਰਥਾਤ ਰੂਹਾਨੀਅਤ ਦੀ ਕਣੀ ਸਮਾਪਤ ਸੀ, ਪ੍ਰੇਮ ਅੰਸ਼ ਨਹੀਂ ਸੀ, ਗਿਲਾਨੀ ਯਾਨੀ ਨਫ਼ਰਤ ਹੀ ਨਫ਼ਰਤ ਬਾਕੀ ਸੀ। ਵਿਦਿਆ ਸੀ, ਸਰਵ ਭੂਮੀ ਵਰਗੇ ਪੰਡਤ, ਦਤੀਤੀ ਵਰਗੇ ਨਿਆਇਕ ਉਸ ਸਮੇਂ ਹੋਏ ਹਨ, ਪਰ ਨਹੀਂ ਸੀ ਤਾਂ ਰੂਹਾਨੀਅਤ। ਇਹ ਦਾਤ ਲੈ ਕੇ ਗੁਰੂ ਬਾਬਾ ਅਰਸ਼ਾਂ ਤੋਂ ਆਏ। 2 ਸਦੀਆਂ ਲਗਭਗ ਤਾਂ ਇਹ ਰੂਹਾਨੀਅਤ ਸਤਿਗੁਰ ਦੇ 10 ਜਾਮਿਆਂ ਦੀ ਆਪਣੀ ਨਿਗਹਿਬਾਨੀ ਵਿੱਚ ਸਰਸਬਜ਼ ਤੇ ਫੁੱਲਦੀ ਫਲਦੀ ਰਹੀ। ਮਗਰੋਂ ਵੀ ਇਹ ਘਾਟੇ ਨਹੀਂ ਪਈ, ਪਰ ਬਾਬਾ ਵੀਰ ਸਿੰਘ ਜੀ ਦੀ ਨੁਰੰਗਾਵਾਦ ਵਾਲਿਆਂ ਦੇ ਮੁਠੰਡਿਆਂ ਵਿੱਚ ਕਤਲ ਹੋਣ ਦੇ ਦਿਨ ਤੋਂ ਇਹ ਰੌਂ ਘਟਣੀ ਸ਼ੁਰੂ ਹੋਈ। ਸਿੰਘਾਂ ਦੇ ਡੇਰੇ, ਨਿਹੰਗ ਸਿੰਘਾਂ ਦੇ ਡੇਰੇ, ਉਦਾਸੀ ਨਿਰਮਲਿਆਂ ਦੇ ਡੇਰੇ, ਅੱਡਣਸ਼ਾਹੀਆਂ ਦੇ ਡੇਰੇ, ਜਿਸ ਥਾਂ ਜਾਓ ਤੇ ਮੁਤਾਲਿਆ ਕਰੋ, ਤੁਸੀਂ ਕੀ ਪਾਓਗੇ ਕਿ ਉਸ ਬਦਕਿਸਮਤ ਕਤਲ ਦੇ ਦਿਹਾੜੇ ਤੋਂ ਮਗਰੋਂ ਜੋ ਮਹਾਤਮਾ ਜਿਸ ਡੇਰੇ ਤੋਂ ਟੁਰਿਆ, ਉਸ ਦੇ ਮਗਰੋਂ ਉਸ ਡੇਰੇ ਵਿੱਚ ਉਹਨਾਂ ਤੋਂ ਕੱਸੀ ਰੂਹਾਨੀ ਤਾਕਤ ਵਾਲਾ ਆਇਆ, ਭਾਵ ਉਸ ਤੋਂ ਘੱਟ ਤਾਕਤ ਵਾਲਾ ਆਇਆ, ਜ਼ਬਰਦਸਤ ਨਹੀਂ ਆਇਆ। ਇੱਥੋਂ ਤਾਈਂ ਕਿ ਰੰਗ ਹਰ ਦਿਨ ਘਟਦਾ ਗਿਆ, ਅਜੇ ਸਮਾਪਤੀ ਨਹੀਂ ਹੋਈ। ਪਰ ਅਕਸਰ ਹਾਲ ਜੋ ਤੁਸੀਂ ਸਫ਼ਰ ਕਰਕੇ ਤੇ ਪੜਤਾਲ ਕਰਕੇ ਪਾਓਗੇ, ਇਹ ਦੇਖੋਗੇ ਕਿ ਪਿਛਲੇ ਮਹਾਂਪੁਰਖਾਂ ਦੀ ਥਾਂ ਜੋ ਡੇਰੇ ਦੀ ਸੇਵਾ ਸੰਭਾਲਦਾ ਹੈ, ਉਹ ਪਿਛਲਿਆਂ ਤੋਂ ਘੱਟ ਹੀ ਘੱਟ ਹੁੰਦਾ ਹੈ ਤੇ ਢੇਰ ਥਾਈਂ ਤਾਂ ਰੂਹਾਨੀਅਤ ਸਮਾਪਤ ਹੋ ਚੁੱਕੀ ਹੈ।
डेरा एक रियासत है, महंत एक जागीरदार है। जिस पास गड्डी घोड़े हाथी राजसी ऐश्वर्य है ते गृहस्थ दा जंजाल कोई नहीं। पर गृहस्थ दी कोई मौज नहीं जो प्राप्त नहीं। भाईचारे बरादरियां वर्गियां रस्मां गद्दियां भतीजियां भरावां लई ते न्योंदरे भाजियां रियाफतां सब गृहस्थ हो गया है। अमृत वेले दा उठना, तप करना, नाम जपना, लंगर चलाना, गुरमुख विद्या देना, गुरसिੱਖੀ प्रचारनी समाप्त है, कणी है नहीं। महंत दा अक्सर समा कचहरियां मुकदमियां माल अफसरां पास जिमियां ते धंधियां ते लंघदा है। धर्मशाला विच भाई ਉਹ ਭਾਈ नहीं ਲੱਭਦੇ जो नाम दे रंग रते माया अतीत जती सती ਹੁੰਦੇ ਹਨ। ਇਹ ਤਾਂ ਰਹੇ ਡੇਰੇ ਤੇ ਧਰਮਸ਼ਾਲਾ। ਗੁਰਦੁਆਰੇ ਵੀ ਪੂਜਾ ਉਗਰਾਵਣ ਤੇ ਇੱਕ ਕੰਮ ਨਾ ਕਰਨ ਵਾਲੇ ਦੇ ਰੋਜ਼ਗਾਰ ਦਾ ਕੰਮ ਤਾਂ ਦਿੰਦੇ ਹਨ, ਪਰ ਉਹ ਭਾਈ ਮਨੀ ਸਿੰਘ ਵਰਗੇ ਕਰਨੀ ਵਾਲੇ ਕਿੰਨੇ ਕੋ ਹਨ। ਪੁਜਾਰੀ, ਮਹੰਤ, ਵਾਸਤੇਦਾਰ ਬਹੁਤੇ ਹੱਟੀ ਦਾ ਕੰਮ ਲੈਂਦੇ ਹਨ ਤੇ ਜੀਵਨ ਆਮ ਖਚਤ ਗ੍ਰਸਤੀ ਵਰਗਾ ਬਸਰ ਕਰਦੇ ਹਨ। ਜਿੱਥੇ ਸਰਬਰਾਹ ਵੀ ਹਨ, ਉਹ ਦੁਨੀਆਦਾਰ ਦੁਨੀਆ ਦੀ ਇੱਜ਼ਤ ਵਾਲੇ ਹਨ, ਜਿਨ੍ਹਾਂ ਨੂੰ ਰੂਹਾਨੀਅਤ ਨਾਲ ਮਸਤਕ ਨਹੀਂ। ਹੁਣ ਰਹੀ ਪਰਜਾ ਜਾਂ ਗ੍ਰਸਤੀ ਤੇ ਉਹਨਾਂ ਦੇ ਘਰ, ਇਹਨਾਂ ਵਿੱਚ ਰੂਹਾਨੀਅਤ ਦੀ ਕਮੀ ਵੀ ਤਦ ਤੋਂ ਹੀ ਹੋਣੀ ਆਰੰਭ ਹੋਈ ਹੈ ਤੇ ਹੁੰਦੀ ਗਈ ਹੈ। ਗੁਰੂ ਘਰ ਦੇ ਬਹੂਦਕ ਯਾਨੀ ਫਿਰਨ ਤੁਰਨ ਵਾਲੇ ਸਾਧੂਆਂ ਨੇ ਦੂਸਰੇ ਦੌਰ ਦਾ ਆਰੰਭ ਕੀਤਾ ਹੈ। ਸੰਸਕ੍ਰਿਤ ਵਿਦਿਆ ਪਾਈ, ਦਾਰਸ਼ਨਿਕ ਬਲ ਪ੍ਰਾਪਤ ਕੀਤਾ। ਇਹਨਾਂ ਦੇ ਉਪਦੇਸ਼ਾਂ ਨਾਲ ਰੂਹਾਨੀਅਤ ਘਟੀ ਹੈ, ਇਹਨਾਂ ਵਿੱਚੋਂ ਵੀ ਤੇ ਇਹਨਾਂ ਦੇ ਮਗਰ ਲੱਗਣ ਵਾਲੇ ਗ੍ਰਸਤੀਆਂ ਵਿੱਚੋਂ ਵੀ। ਪਰ ਇਹਨਾਂ ਨੇ ਦਾਨ ਤੇ ਸ਼ਰਧਾ ਲੋਕਾਂ ਵਿੱਚ ਪ੍ਰਚਾਰੀ ਹੈ। ਗੁਰੂ ਆਸ਼ਿਆਂ ਨੂੰ ਬੜੀ ਚਤਰਾਈ ਨਾਲ ਕਥਿਆ ਤੇ ਲਿਖਿਆ ਹੈ। ਗੁਰੂ ਸਾਹਿਬਾਨ ਦੇ ਨਾਮ ਪਰ ਸੰਸਕ੍ਰਿਤ ਵਿੱਚ ਦਰਸ਼ਨ ਸ਼ਾਸਤਰ ਲਿਖੇ ਹਨ, ਜਿਨ੍ਹਾਂ ਵਿੱਚ ਵਿਦਾਂਤ ਨੂੰ ਸਿਧਾਂਤ ਤੇ ਭਗਤੀ ਮਾਰਗ ਨੂੰ ਬੜੀ ਪ੍ਰਬੀਨਤਾ ਨਾਲ ਦਰਸਾਇਆ ਹੈ ਔਰ ਵਿਦਵਾਨਾਂ ਵਿੱਚ ਕਾਬੂ ਪਾਇਆ ਹੈ। ਪਰ ਇਹਨਾਂ ਵਿੱਚ ਤੇ ਸਰਬ ਸਾਧਾਰਨ ਵਿੱਚ ਰੂਹਾਨੀਅਤ ਸਿੱਖੀ ਜੀਵਨ ਘਟਦਾ ਹੀ ਗਿਆ ਹੈ। ਇਹਨਾਂ ਦੀ ਪ੍ਰਬਲ ਵਿਦਿਆ ਨੇ ਸਰਬ ਸਾਧਾਰਨ ਨੂੰ ਗੁਰੂ ਘਰ ਵੱਲ ਲਾਈ ਰੱਖਿਆ ਹੈ ਤੇ ਕਾਬੂ ਵਿੱਚ ਰੱਖਿਆ ਹੈ, ਪਰ ਕਣੀ ਨਹੀਂ ਬਚੀ। ਧਿਆਨ ਦੇਣਾ ਜੀ, ਫਿਰ ਦੁਹਰਾ ਦੇਈ। ਗੁਰੂ ਘਰ ਦੇ ਬਹੂਦਕ ਯਾਨੀ ਫਿਰਨ ਤੁਰਨ ਵਾਲੇ ਸਾਧੂਆਂ ਨੇ ਦੂਸਰੇ ਦੌਰ ਦਾ ਆਰੰਭ ਕੀਤਾ ਹੈ। ਸੰਸਕ੍ਰਿਤ ਵਿਦਿਆ ਪਾਈ, ਦਾਰਸ਼ਨਿਕ ਬਲ ਪ੍ਰਾਪਤ ਕੀਤਾ। ਇਹਨਾਂ ਦੇ ਉਪਦੇਸ਼ਾਂ ਨਾਲ ਰੂਹਾਨੀਅਤ ਘਟੀ ਹੈ, ਇਹਨਾਂ ਵਿੱਚੋਂ ਵੀ ਤੇ ਇਹਨਾਂ ਦੇ ਮਗਰ ਲੱਗਣ ਵਾਲੇ ਗ੍ਰਸਤੀਆਂ ਵਿੱਚੋਂ ਵੀ। ਪਰ ਇਹਨਾਂ ਨੇ ਦਾਨ ਤੇ ਸ਼ਰਧਾ ਲੋਕਾਂ ਵਿੱਚ ਪ੍ਰਚਾਰੀ ਹੈ। ਗੁਰੂ ਆਸ਼ਿਆਂ ਨੂੰ ਬੜੀ ਚਤਰਾਈ ਨਾਲ ਕਥਿਆ ਤੇ ਲਿਖਿਆ ਹੈ। ਗੁਰੂ ਸਾਹਿਬਾਨ ਦੇ ਨਾਮ ਪਰ ਸੰਸਕ੍ਰਿਤ ਵਿੱਚ ਦਰਸ਼ਨ ਸ਼ਾਸਤਰ ਲਿਖੇ ਹਨ, ਜਿਨ੍ਹਾਂ ਵਿੱਚ ਵਿਦਾਂਤ ਨੂੰ ਸਿਧਾਂਤ ਤੇ ਭਗਤੀ ਮਾਰਗ ਨੂੰ ਬੜੀ ਪ੍ਰਬੀਨਤਾ ਨਾਲ ਦਰਸਾਇਆ ਹੈ ਔਰ ਵਿਦਵਾਨਾਂ ਵਿੱਚ ਕਾਬੂ ਪਾਇਆ ਹੈ। ਪਰ ਇਹਨਾਂ ਵਿੱਚ ਤੇ ਸਰਬ ਸਾਧਾਰਨ ਵਿੱਚ ਰੂਹਾਨੀਅਤ ਸਿੱਖੀ ਜੀਵਨ ਘਟਦਾ ਹੀ ਗਿਆ ਹੈ। ਇਹਨਾਂ ਦੀ ਪ੍ਰਬਲ ਵਿਦਿਆ ਨੇ ਸਰਬ ਸਾਧਾਰਨ ਨੂੰ ਗੁਰੂ ਘਰ ਵੱਲ ਲਾਈ ਰੱਖਿਆ ਹੈ ਤੇ ਕਾਬੂ ਵਿੱਚ ਰੱਖਿਆ ਹੈ, ਪਰ ਕਣੀ ਨਹੀਂ ਬਚੀ। ਹਾਂਜੀ, ਇਹਨਾਂ ਦੀ ਪ੍ਰਬਲ ਵਿਦਿਆ ਨੇ ਸਰਬ ਸਾਧਾਰਨ ਨੂੰ ਗੁਰੂ ਘਰ ਵੱਲ ਲਾਈ ਰੱਖਿਆ ਹੈ ਤੇ ਕਾਬੂ ਵਿੱਚ ਰੱਖਿਆ ਹੈ, ਪਰ ਕਣੀ ਨਹੀਂ ਬਚੀ। ਇਸ ਪਰ ਪੱਛਮੀ ਵਿਦਿਆ ਆ ਗਈ ਹੈ, ਜਿਸ ਨੇ ਗ੍ਰਸਤ ਮੰਡਲ ਵਿੱਚ ਰੂਹਾਨੀਅਤ ਨੂੰ ਬਹੁਤ ਘਟਾਇਆ ਹੈ। ਪੱਛਮੀ ਸੋਸ਼ਲਿਜ਼ਮ ਦੇ ਪਿਆਲ ਫੈਲਾਏ ਹਨ, ਜੋ ਯੂਰਪ ਦੇ ਅਸ਼ਾਂਤ ਤੇ ਰੋਟੀ ਪਿੱਛੇ ਤੰਗ ਲੋਕਾਂ ਵਿੱਚ ਗਰੀਬੀ ਅਮੀਰੀ ਨੂੰ ਤੁਲਿਅਤਾ ਦੇਣ ਦੇ ਯਤਨ ਵਿੱਚ ਪੈਦਾ ਹੋਏ ਹਨ, ਔਰ ਜਿਸ ਵਿੱਚ ਕਰਮ ਦਾ ਮਸਲਾ ਤੇ ਆਵਾਗਮਨ ਦਾ ਮਸਲਾ ਹੈ ਨਹੀਂ। ਸਿੱਖ ਮਜ਼ਹਬ ਸੋਸ਼ਲਿਜ਼ਮ ਨਹੀਂ, ਕਿਉਂਕਿ ਇਹ ਕਰਮ ਨੂੰ ਮੰਨਦਾ ਹੈ। ਕਰਮ ਕਰਤ ਹੋਵੇ ਨੇ ਕਰਮ ਨੂੰ ਮੰਨਦਾ ਹੈ ਔਰ ਆਵਾਗਮਨ ਦਾ ਕਾਇਲ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।